एंड मैं यूक्रेन खार्किव से वापस आया हूँ एंड ऑपरेशन गंगा के थ्रू। एंड गवर्नमेंट का बहुत बहुत थैंक यू है कि गवर्नमेंट ने इतनी हेल्प करी हमारी वापस आने में। ਜਿਹੜਾ ਸਿਸਟਮ ਬਣਦਾ ਹੈ ਸਰਕਾਰ ਦਾ ਰੈਵਨਿਊ ਵੀ ਚਾਹੀਦਾ, ਰੈਵਨਿਊ ਦੇ ਬਿਨਾਂ ਸਰਕਾਰ ਨਹੀਂ ਚੱਲਣੀ। ਉਸ ਦੇ ਵਿੱਚ ਅਸੀਂ ਰੈਵਨਿਊ ਨੂੰ ਵੀ ਦੇਖਾਂਗੇ ਔਰ ਪਬਲਿਕ ਦੇ ਹਿੱਤ ਵੀ ਦੇਖਾਂਗੇ। ਜਿੱਥੇ ਪਬਲਿਕ ਦੇ ਹਿੱਤ ਹੋਣਗੇ ਪਬਲਿਕ ਦੇ ਹਿੱਤ 'ਚ ਕੰਮ ਕਰਾਂਗੇ, ਜਿੱਥੇ ਰੈਵਨਿਊ ਹੋਗਾ ਉਹ ਵੀ ਅਸੀਂ ਕੰਪਰੋਮਾਈਜ਼ ਕਰਕੇ ਜਿੱਥੇ ਵੀ ਐਡਜਸਟਮੈਂਟ ਕरेंगे पब्लिक ਨੂੰ रिलैक्स करांगे। आगे भी गवर्नमेंट से ये रिक्वेस्ट है कि हमारे कैरियर के बारे में भी सोचा जाए। ਅਸੀਂ ਜਿੱਥੇ ਸਾਡੇ ਬੱਚੇ ਸਟੇਟ 'ਚ ਸਾਡੇ ਸਟੇਟ ਦੇ ਨੇ ਉਹਨਾਂ ਨੂੰ ਅਸੀਂ ਇਸੇ ਕਾਲਜਾਂ ਦੇ ਵਿੱਚ ਜਿੱਥੇ ਵੀ ਮੈਡੀਕਲ ਕਾਲਜ ਨੇ ਜਿੱਥੇ ਜਿਹਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਪ੍ਰੋਵਾਈਡ ਕਰਾਵਾਂਗੇ। यूक्रेन और रूस के बीच चल रहे युद्ध को बेशक 1 महीना हो गया, लेकिन अभी भी कुछ भारतीय छात्र यूक्रेन के अलग अलग शहरों में फंसे हुए हैं। लेकिन भारत सरकार द्वारा ऑपरेशन गंगा के तहत काफ़ी हद तक भारतीय छात्रों को स्वदेश लाया गया। लेकिन अब इन डॉक्टर की पढ़ाई कर रहे छात्रों की अब गंभीर समस्या ये पैदा हो गई है कि अब उनकी रहती आगे की पढ़ाई के लिए वह कहाँ जाएं। इसी मुद्दे को लेकर यूक्रेन से भारत आए पंजाब के तकरीबन 20 छात्र आज लुधियाना के डीसी से मिले। वह उन्हें अपनी समस्या से अवगत करा उनको एक मांग पत्र सौंपा। इस अवसर पर उनके साथ लुधियाना के नॉर्थ हलके के विधायक मदन लाल बग्गा भी मौजूद रहे। हाँ जी सर, मेरा नाम लक्ष्य गुलाटी है एंड मैं यूक्रेन खार्किव से वापस आया हूँ एंड ऑपरेशन गंगा के थ्रू। एंड गवर्नमेंट का बहुत बहुत थैंक यू है कि गवर्नमेंट ने इतनी हेल्प करी हमारी वापस आने में। एंड आर डी साहब से मिलने आए हैं कि चलो वापस तो अच्छे से आ गए, गवर्नमेंट ने यहाँ तक सहायता करी है। आगे भी गवर्नमेंट से ये रिक्वेस्ट है कि हमारे कैरियर के बारे में भी सोचा जाए, क्योंकि सेफली अब हम वापस आगे। फर्स्ट पॉइंट आना वापस ज़रूरी था, बट अब आगे कैरियर भी है, हमने आगे भी करना है। तो डीसी साहब से हमने लेटर सबमिट करी है, लिस्ट सबमिट करी है लुधियाना के स्टूडेंट्स की, और कहा है कि आगे सरकार तक हमारी बात पहुंचाई जाए कि हमें हेल्प की जाए, आगे यहीं सीट दी जाए। मेरे को 1.5 ईयर हो गया, मैं सेकेंड ईयर स्टूडेंट हूँ, 4th सेमेस्टर में। मैं MBBS करने गया था जी बाहर। क्या मांग करते हैं? हाँ जी, क्या इस हिसाब से यही मांग है कि क्योंकि वहाँ पे अब वॉर सिचुएशन इम्पोज हो गई है, तो अब एजुकेशन तो बिल्कुल भी नहीं, कोई स्कोप नहीं दिख रहा है और कोई स्कोप नहीं है। तो यही अब डी साहब से मांग है कि हमें यहीं एडजस्ट किया जाए और यहीं मेडिकल कॉलेजेस में करा जाए, क्योंकि गवर्नमेंट अगर चाहे तो सब कुछ हो सकता है, हमें भी जगह दी जाए। ਸਭ ਤੋਂ ਪਹਿਲਾਂ ਏਜੰਡਾ ਸੀਗਾ ਜੋ ਸ਼ਹਿਰ ਵਾਸੀਆਂ ਦੀਆਂ ਰਜਿਸਟਰੀਆਂ ਬੰਦ ਹੋਈਆਂ ਹੋਈਆਂ ਨੇ ਪੰਜਾਬ, ਟੋਟਲ ਪੰਜਾਬ ਦੇ ਵਿੱਚ ਕੁਝ ਕੋਰਟ ਮੈਟਰ ਸੀਗੇ, ਕੁਝ ਸਾਡੀ ਸਰਕਾਰ ਵੱਲੋਂ ਇਸ ਨੂੰ ਸੋਧ ਕਰਨ ਵਾਸਤੇ ਅਸੀਂ ਅੱਜ ਡੀ ਸਾਹਿਬ ਨੂੰ ਮਿਲੇ ਸੀਗੇ। ਮੈਂ ਕਲੋਨਾਈਜ਼ਰ ਦੇ ਨਾਲ ਵੀ ਆਇਆ ਔਰ ਲੋਕਾਂ ਦੀ ਆਵਾਜ਼ ਨੂੰ ਉਠਾਉਣ ਵਾਸਤੇ ਕਿ ਲੋਕ ਬੜੇ ਪਰੇਸ਼ਾਨ ਨੇ ਕਿ ਕਾਫੀ ਦੇਰ ਤੋਂ ਲੋਕਾਂ ਦੀ ਰਜਿਸਟਰੀਆਂ ਨਹੀਂ ਹੋਣੀਆਂ NOC ਕਾਰਨ। ਉਹ ਡੀ ਸਾਹਿਬ ਨਾਲ ਗੱਲ ਕੀਤੀ ਹੈ, ਅਸੀਂ ਤਕਰੀਬਨ ਇਸ ਨੂੰ ਟੇਕ ਓਵਰ ਕਰਕੇ ਬਹੁਤ ਜਲਦੀ ਇਹਦਾ ਹੱਲ ਕੱਢ ਕੇ ਪਬਲਿਕ ਨੂੰ ਸਹੂਲਤ ਦੇਣ ਜਾਵਾਂਗੇ, ਕਿਉਂਕਿ ਪਬਲਿਕ ਦੇ ਹਿੱਤ ਵਾਸਤੇ ਅਸੀਂ ਸਰਕਾਰ ਬਣਾਈ ਹੈ, ਪਬਲਿਕ ਹਿੱਤ ਵਾਸਤੇ ਅਸੀਂ ਕੰਮ ਕਰਾਂਗੇ। ਉਹ ਡੀ ਸਾਹਿਬ ਨੂੰ ਕਲੀਅਰਲੀ ਕਹਿਤਾ ਵੀ ਇਹਨੂੰ ਫਾਲੋ ਕਰੋ, ਫਾਲੋ ਕਰਕੇ ਜਿੱਥੇ ਵੀ ਸਿਸਟਮ ਬਣਦਾ, ਚਾਹੇ ਕਾਰਪੋਰੇਸ਼ਨ ਹੈ, ਚਾਹੇ ਬੁੱਢਾ ਹੈ, ਚਾਹੇ ਡੀ ਸਾਹਿਬ ਦੇ ਸਿਸਟਮ 'ਚ ਹੈ, ਇਹਨੂੰ ਪਹਿਲ ਦੇ ਆਧਾਰ 'ਤੇ ਅਸੀਂ ਹੱਲ ਕਰਾਂਗੇ ਔਰ ਲੋਕਾਂ ਨੂੰ ਤਕਲੀਫ ਨਹੀਂ ਹੋਣੀ। ਜੋ ਲੋਕਾਂ ਦੀਆਂ ਆਸਾਂ ਮੁਰਾਦਾਂ ਨੇ ਉਸ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨੀ ਹੈ, ਲੋਕਾਂ ਨੂੰ ਤੰਗ ਨਹੀਂ ਕਰਨਾ। ਔਰ ਜਿੰਨੀਆਂ ਵੀ ਲੋਕਾਂ ਦੀਆਂ ਰਜਿਸਟਰੀਆਂ ਵਗੈਰਾ ਰੁਕੀਆਂ ਨੇ ਉਹਨੂੰ ਪਹਿਲ ਦੇ ਆਧਾਰ 'ਤੇ ਅਸੀਂ ਇੱਕ ਵਾਰੀ ਰੋਕ ਲਗਾ ਦਿੱਤੀ ਹੈ ਵੀ ਤੁਸੀਂ ਆਪਣੇ ਤੌਰ 'ਤੇ ਉਹਨੂੰ ਤੋਰਲੀ ਚੈੱਕ ਕਰ ਲਓ। ਜਿਹੜਾ ਸਿਸਟਮ ਬਣਦਾ ਹੈ ਸਰਕਾਰ ਦਾ ਰੈਵਨਿਊ ਵੀ ਚਾਹੀਦਾ, ਰੈਵਨਿਊ ਦੇ ਬਿਨਾਂ ਸਰਕਾਰ ਨਹੀਂ ਚੱਲਣੀ। ਉਸ ਦੇ ਵਿੱਚ ਅਸੀਂ ਰੈਵਨਿਊ ਨੂੰ ਵੀ ਦੇਖਾਂਗੇ ਔਰ ਪਬਲਿਕ ਦੇ ਹਿੱਤ ਵੀ ਦੇਖਾਂਗੇ। ਜਿੱਥੇ ਪਬਲਿਕ ਦੇ ਹਿੱਤ ਹੋਣਗੇ ਪਬਲਿਕ ਦੇ ਹਿੱਤ 'ਚ ਕੰਮ ਕਰਾਂਗੇ, ਜਿੱਥੇ ਰੈਵਨਿਊ ਹੋਗਾ ਉਹ ਵੀ ਅਸੀਂ ਕੰਪਰੋਮਾਈਜ਼ ਕਰਕੇ ਜਿੱਥੇ ਵੀ ਐਡਜਸਟਮੈਂਟ ਕਰਾਂਗੇ ਪਬਲਿਕ ਨੂੰ ਰਿਲੈਕਸ ਕਰਾਂਗੇ। ਹੋਰ ਕਿਹੜੇ ਮੁੱਦੇ ਤੇ ਅੱਜ ਗੱਲਬਾਤ ਹੋਈ? ਅੱਜ ਯੂਕਰੇਨ ਤੋਂ ਬੱਚੇ ਆਏ ਸੀਗੇ, ਉਹਨਾਂ ਬਾਰੇ ਵੀ ਡੈਪੂਟੇਸ਼ਨ ਗਿਆ, ਮੈਂ ਮਿਲ ਕੇ ਆਇਆ ਨਾਲ ਜਾ ਕੇ। ਉਹ ਡੀ ਸਾਹਿਬ ਨੂੰ ਕਿਹਾ ਵੀ ਬਾਕੀ ਸਟੇਟਾਂ ਨੇ ਬੱਚਿਆਂ ਨੂੰ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਦੇ ਦਿੱਤੀਆਂ ਨੇ ਔਰ ਕਿਤੇ ਨਾ ਕਿਤੇ ਅੱਜ ਸਾਡੇ CM ਸਾਹਿਬ ਦੇ ਲੈਵਲ 'ਤੇ ਵੀ ਅਸੀਂ ਲੈ ਕੇ ਜਾਵਾਂਗੇ। ਅਸੀਂ ਜਿੱਥੇ ਸਾਡੇ ਬੱਚੇ ਸਟੇਟ 'ਚ ਸਾਡੇ ਸਟੇਟ ਦੇ ਨੇ ਉਹਨਾਂ ਨੂੰ ਅਸੀਂ ਇਸੇ ਕਾਲਜਾਂ ਦੇ ਵਿੱਚ ਜਿੱਥੇ ਵੀ ਮੈਡੀਕਲ ਕਾਲਜ ਨੇ ਜਿੱਥੇ ਜਿਹਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਪ੍ਰੋਵਾਈਡ करावांगे। मेरा नाम आकर्षण है, मैं भी यूक्रेन में 1.5 ईयर से था, वहाँ पे MBBS की पढ़ाई कर रहा था। DC सर से भी हमने बात की, उन्होंने हमारे डॉक्यूमेंट्स वगैरह देखे हैं, उन्होंने हमें यही बोला है कि हम आपके डॉक्यूमेंट्स आगे सबमिट करेंगे और हम आगे आपकी सरकार से बात करेंगे। और हमारी यही मांग है कि हमें सारे बच्चों को पंजाब में एडजस्ट करा जाए ताकि हमारी पढ़ाई रुके ना भी। कितने बच्चे आज DC साहब के पास आए हैं? आज कम से कम 20 से 25 बच्चे जो सिर्फ और सिर्फ लुधियाना के थे वो आए थे। लुधियाना फास्ट न्यूज़ के लिए टिंकू कुमार की रिपोर्ट।